हाँ जी, गुड मॉर्निंग स्टूडेंट। ਆਪਾਂ ਅੱਜ 5th ਚੈਪਟਰ ਕਰਦੇ ਹਾਂ ਕਲਾਸੀਫਿਕੇਸ਼ਨ ਐਂਡ ਆਰਗੇਨਾਈਜੇਸ਼ਨ ਆਫ ਡਾਟਾ। ਡਾਟਾ ਨੂੰ ਕਲਾਸੀਫਾਈ ਕਿੱਦਾਂ ਕੀਤਾ ਜਾਂਦਾ ਤੇ ਉਹਦੀ ਆਰਗੇਨਾਈਜੇਸ਼ਨ ਕੀ ਹੁੰਦੀ ਹੈ। ਦੇਖੋ, ਸਭ ਤੋਂ ਪਹਿਲਾਂ ਕਲਾਸੀਫਿਕੇਸ਼ਨ ਕੀ ਹੁੰਦੀ ਆ ਜਾਂ ਆਰਗੇਨਾਈਜੇਸ਼ਨ ਆਫ ਡਾਟਾ ਕੀ ਹੁੰਦਾ। ਕਲਾਸੀਫਿਕੇਸ਼ਨ ਦਾ ਮਤਲਬ ਹੁੰਦਾ ਡਿਵੀਜ਼ਨ ਕਰਨਾ, ਠੀਕ ਆ। ਜਿੱਦਾਂ ਦੇਖੋ, ਕਲਾਸੀਫਿਕੇਸ਼ਨ ਐਂਡ ਆਰਗੇਨਾਈਜੇਸ਼ਨ ਆਫ ਡਾਟਾ। ਕਲਾਸੀਫਿਕੇਸ਼ਨ ਮਤਲਬ ਡਿਵੀਜ਼ਨ ਜਾਂ ਫਿਰ ਅਰੇਂਜਮੈਂਟ ਆਫ ਡਾਟਾ। ਕਲਾਸੀਫਿਕੇਸ਼ਨ ਆਫ ਡਾਟਾ ਕਿਹਨੂੰ ਕਹਿੰਦੇ ਆ? ਡਿਵੀਜ਼ਨ ਕਰਨਾ, ਅਰੇਂਜਮੈਂਟ ਕਰਨਾ ਡਾਟੇ ਦੀ ਇਨ ਹੋਮੋਜੀਨੀਅਸ ਫੀਚਰ, ਜਿਹੜੀਆਂ ਮਤਲਬ ਸੇਮ ਫੀਚਰ ਨੇ, ਇੱਕੋ ਜਿਹੀਆਂ ਫੀਚਰ ਨੇ, ਮਤਲਬ ਉਹ ਚੀਜ਼ ਉਹਦੇ ਅਕੋਰਡਿੰਗ ਡਾਟੇ ਨੂੰ ਡਿਵੀਜ਼ਨ ਕਰਨਾ, ਵੰਡਣਾ ਅਤੇ ਉਹਦਾ ਅਰੇਂਜਮੈਂਟ ਕਰਨਾ, ਉਹਨੂੰ ਕਿਹਾ ਜਾਂਦਾ ਕਲਾਸੀਫਿਕੇਸ਼ਨ ਆਫ ਡਾਟਾ, ਠੀਕ ਆ। ਫੋਰ ਐਗਜ਼ਾਮਪਲ, ਹੁਣ 200 ਸਟੂਡੈਂਟ ਸਟੱਡੀ ਕਰਦੇ ਆ ਕਾਲਜ ਦੇ ਵਿੱਚ, ਕਲੀਅਰ। 200 ਸਟੂਡੈਂਟ ਸਟੱਡੀ ਕਰਦੇ ਆ ਕਾਲਜ ਦੇ ਵਿੱਚ, ਤਾਂ ਉਹਨਾਂ ਦਾ ਆਪਾਂ ਉਹਨਾਂ ਦੇ ਐਗਰੀਗੇਟ ਮਾਰਕਸ ਦੇਖਣੇ ਆ। ਤਾਂ ਆਪਾਂ ਕੀ ਕਰਾਂਗੇ? ਐਗਰੀਗੇਟ ਮਾਰਕਸ ਦੇ ਲਈ ਪਰਸੈਂਟੇਜ ਉਹਨਾਂ ਦੀ ਦੇਖਾਂਗੇ ਕਿੰਨੀ ਆ, ਉਹਨਾਂ ਦੀ ਫੈਮਿਲੀ ਬੈਕਗਰਾਊਂਡ, ਇਨਕਮ, ਪੇਰੈਂਟਸ ਦੀ ਕਿੰਨੀ ਆ, ਰੈਜ਼ੀਡੈਂਟਲ ਏਰੀਆ ਕੀ ਆ, ਇਹ ਸਾਰਾ ਕਹਿੰਦੇ ਕੁਛ ਕਰਨਾ, ਕਲਾਸੀਫਿਕੇਸ਼ਨ ਕਰਨੀ, ਇਹ ਸਾਰੇ ਕਾਸੇ ਦੀ ਬਹੁਤ ਡਿਫੀਕਲਟ ਆ, ਠੀਕ ਆ। ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਜਦੋਂ 200 ਸਟੂਡੈਂਟ ਦੀ ਆਪਾਂ ਪਰਸੈਂਟੇਜ ਦੇਖਣੀ ਆ, ਠੀਕ ਆ, ਉਹਨਾਂ ਦਾ ਐਗਰੀਗੇਟ ਮਾਰਕਸ ਦੇਖਣਾ, ਤਾਂ ਇਹ ਸਾਰਾ ਕੁਛ ਕਰਨਾ ਬਹੁਤ ਡਿਫੀਕਲਟ ਹੈ 2000 ਸਟੂਡੈਂਟਸ ਦੀ। ਤਾਂ ਕਰਕੇ ਕਹਿੰਦੇ ਅਸੀਂ ਕੀ ਕਰਦੇ ਹਾਂ, ਮਤਲਬ ਇਹਨੂੰ ਅਸੀਂ ਕਲਾਸੀਫਾਈ ਕਰ ਲੈਂਦੇ ਹਾਂ, ਠੀਕ ਆ। ਕੀ ਕਰਦੇ ਹਾਂ? ਕਲਾਸੀਫਿਕੇਸ਼ਨ ਔਨ ਦਾ ਬੇਸ ਆਫ ਡਿਵੀਜ਼ਨ, ਡਿਵੀਜ਼ਨ ਦੇ ਬੇਸ 'ਤੇ ਇਹਦੀ ਕਲਾਸੀਫਿਕੇਸ਼ਨ ਕਰ ਲੈਂਦੇ ਹਾਂ। ਹੁਣੇ ਤੁਹਾਨੂੰ ਦੱਸਿਆ ਕਲਾਸੀਫਿਕੇਸ਼ਨ ਆਫ ਡਾਟਾ ਕੀ ਹੁੰਦਾ? ਡਿਵੀਜ਼ਨ। ਕਾਹਦੀ ਡਿਵੀਜ਼ਨ ਕਰਨਾ? ਡਾਟਾ ਦੀ ਡਿਵੀਜ਼ਨ ਕਰਨਾ, ਠੀਕ ਆ। ਡਾਟੇ ਦੀ ਡਿਵੀਜ਼ਨ ਕਰਨਾ ਮਤਲਬ ਜਾਂ ਅਰੇਂਜਮੈਂਟ ਕਰਨਾ, ਕਲੀਅਰ। ਹੁਣ ਕੀ ਕਰਾਂਗੇ ਆਪਾਂ? 2000 ਸਟੂਡੈਂਟ ਦਾ ਆਪਾਂ ਐਗਰੀਗੇਟ ਮਾਰਕਸ ਚੈੱਕ ਕਰਨੇ ਆ, ਤਾਂ ਆਪਾਂ ਉਹਦੇ ਲਈ ਕਲਾਸੀਫਾਈ ਕਰ ਲਾਂਗੇ, ਕਲਾਸੀਫਿਕੇਸ਼ਨ ਕਰ ਲਾਂਗੇ ਕਾਹਦੇ ਬੇਸ 'ਤੇ? ਔਨ ਦਾ ਬੇਸ ਆਫ ਡਿਵੀਜ਼ਨ ਦੇ ਬੇਸ 'ਤੇ। ਮਤਲਬ ਪਾਸ ਫੇਲ ਕਿੰਨੇ ਆ, ਪਹਿਲਾਂ ਕਲਾਸੀਫਿਕੇਸ਼ਨ ਪਾਸ 'ਤੇ ਫੇਲ ਆ ਜਾਊਗਾ, ਫਿਰ ਰੂਰਲ ਐਂਡ ਅਰਬਨ, ਪੇਂਡੂ ਆ ਕਿ ਅਰਬਨ ਆ, ਲੋ ਇਨਕਮ, ਮਿਡਲ ਇਨਕਮ, ਹਾਈ ਇਨਕਮ, ਮਤਲਬ ਇੱਦਾਂ ਆਪਾਂ ਕਲਾਸੀਫਿਕੇਸ਼ਨ ਕਰ ਲਾਂਗੇ, ਜਿਹਦੇ ਬੇਸ 'ਤੇ ਅਸੀਂ ਕੀ ਕਰ ਸਕਦੇ ਹਾਂ? ਸੇਮ ਫੀਚਰ ਉਹਨਾਂ ਦੀਆਂ ਚੱਕ ਲਾਂਗੇ ਸਟੂਡੈਂਟ ਦੀਆਂ, 2000 ਸਟੂਡੈਂਟ ਦੀਆਂ, ਅਤੇ ਆਪਾਂ ਉਹਨਾਂ ਦੀ ਐਗਰੀਗੇਟ ਪਰਸੈਂਟੇਜ ਜਾਂ ਐਗਰੀਗੇਟ ਮਾਰਕਸ ਪਤਾ ਕਰ ਸਕਦੇ ਹਾਂ, ਕਲੀਅਰ। ਇਹਨੂੰ ਕਹਿੰਦੇ ਕਲਾਸੀਫਿਕੇਸ਼ਨ ਆਫ ਡਾਟਾ। ਹੁਣ ਇਹਦੀਆਂ ਫੀਚਰਸ ਆ ਜਾਓ, ਇਹਦੀਆਂ ਫੀਚਰਸ ਕੀ ਆ, ਕੁਆਲਿਟੀਜ਼ ਕੀ ਆ, ਕੀ ਕਰੈਕਟਰਿਸਟਿਕਸ ਨੇ, ਠੀਕ ਆ। ਇਹ ਸਾਰਾ ਕੁਛ ਅਸੈਂਸ਼ੀਅਲ ਫੀਚਰਸ, ਕੁਆਲਿਟੀਜ਼ ਕੀ ਨੇ। ਪਹਿਲਾਂ ਕਹਿੰਦੇ ਸਿੰਪਲ ਅੰਡਰਸਟੈਂਡਿੰਗ, ਮਤਲਬ ਕੀ ਹੋਣਾ ਚਾਹੀਦਾ? ਡਾਟਾ ਕਹਿੰਦੇ ਸਿੰਪਲ ਹੋਣਾ ਚਾਹੀਦਾ ਗਾ, ਠੀਕ ਆ। ਡਾਟਾ ਜੇ ਸਿੰਪਲ ਹੋਊਗਾ ਤਾਂ ਹੀ ਕਲੀਅਰਲੀ ਆਪਾਂ ਮਤਲਬ ਉਹਨੂੰ ਕੀ ਕਰ ਸਕਦੇ ਹਾਂ, ਮਤਲਬ ਅੰਡਰਸਟੈਂਡ ਕਰ ਸਕਦੇ ਹਾਂ ਨਾ। ਕੰਪੈਰੀਜ਼ਨ, ਡਾਟਾ ਇੱਦਾਂ ਦਾ ਹੋਣਾ ਚਾਹੀਦਾ ਜਿਹਨੂੰ ਅਸੀਂ ਕੰਪੇਅਰ ਕਰ ਸਕੀਏ ਲਾਸਟ ਈਅਰ ਨਾਲ, ਕਿ ਹੋਣ ਵਾਲੇ ਸਾਲ ਦੇ ਵਿੱਚ ਅਤੇ ਪਿਛਲੇ ਸਾਲ 'ਚ ਕੀ ਡਿਫਰੈਂਸ ਸੀਗਾ। ਕਲੈਰਿਟੀ ਹੋਣੀ ਚਾਹੀਦੀ ਹੈ। ਡਾਟਾ ਕੀ ਹੋਣਾ ਚਾਹੀਦਾ? ਸ਼ੁੱਡ ਵੀ ਕਲੀਅਰ ਹੋਣਾ ਚਾਹੀਦਾ ਗਾ, ਹਰੇਕ ਮਤਲਬ ਤੁਹਾਨੂੰ ਕੋਈ ਇਹਦੇ ਵਿੱਚ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਕੰਪਰੀਹੈਂਸਿਵ ਹੋਣਾ ਚਾਹੀਦਾ ਡਾਟਾ, ਮਤਲਬ ਹਰੇਕ ਚੀਜ਼, ਹਰੇਕ ਯੂਨਿਟ ਨੂੰ ਵਿੱਚ ਇਹਦੇ ਵਿੱਚ ਇਨਕਲੂਡ ਕੀਤਾ ਜਾਣਾ ਚਾਹੀਦਾ। ਈਚ ਐਂਡ ਐਵਰੀ ਯੂਨਿਟ ਆਫ ਡਾਟਾ, ਹਰੇਕ ਯੂਨਿਟ ਦਾ ਡਾਟਾ, ਠੀਕ ਆ, ਇਹਦੇ ਵਿੱਚ ਇਨਕਲੂਡ ਹੋਣਾ ਚਾਹੀਦਾ ਗਾ। ਕਹਿੰਦੇ ਕੋਈ ਵੀ ਓਮਿਟਡ ਨਹੀਂ ਹੋਣੀ ਚਾਹੀਦੀ, ਕੋਈ ਭੁੱਲ ਨਹੀਂ ਹੋਣੀ ਚਾਹੀਦੀ, ਕੋਈ ਚੀਜ਼ ਆਪਾਂ ਭੁੱਲੇ ਹੀ ਨਹੀਂ, ਮਤਲਬ ਇਹ ਨਾ ਹੋਵੇ ਕਿ ਆਪਾਂ ਕੋਈ ਚੀਜ਼ ਪਾਉਣਾ ਭੁੱਲ ਜਾਈਏ, ਕਲੀਅਰ। ਹੋਮੋਜੀਨੀਅਸ ਹੀ ਮਤਲਬ ਹੁੰਦਾ ਸੇਮ ਫੀਚਰ ਹੋਣੀ ਚਾਹੀਦੀ, ਸਾਨੂੰ ਇੱਦਾਂ ਦਾ ਡਾਟਾ ਲੈਣਾ ਚਾਹੀਦਾ ਜਿਸ 'ਚ ਸੇਮ ਫੀਚਰਸ ਹੋਣ। ਸਟੇਬਿਲਿਟੀ, ਮੇਰਾ ਡਾਟਾ ਸਟੇਬਲ ਹੋਣਾ ਚਾਹੀਦਾ, ਲੌਂਗ ਟਾਈਮ ਤੱਕ, ਮਤਲਬ ਲੌਂਗ ਪੀਰੀਅਡ ਤੱਕ ਸਟੇਬਲ ਰਹਿਣਾ ਚਾਹੀਦਾ ਗਾ, ਠੀਕ ਆ। ਇਹਦੇ ਵਿੱਚ ਕੋਈ ਮਤਲਬ ਚੇਂਜ ਨਹੀਂ ਹੋਣੀ ਚਾਹੀਦੀ, ਲੌਂਗ ਪੀਰੀਅਡ ਤੱਕ ਸਟੇਬਲ ਹੋਵੇ, ਠੀਕ ਆ। ਨੈਕਸਟ ਹੈਗਾ ਸੂਟੇਬਿਲਿਟੀ ਹੁੰਦਾ ਗਾ ਕਿ ਮਤਲਬ ਆਪਾਂ ਡਾਟੇ ਦੀ ਮਤਲਬ ਡਿਵੀਜ਼ਨ ਇੱਦਾਂ ਕਰਨੀ ਆ ਜਿਵੇਂ ਮੇਲ ਫੀਮੇਲ ਹੋ ਗਏ, ਠੀਕ ਆ। ਇੱਦਾਂ ਮਤਲਬ ਇਹਦੀ ਡਿਵੀਜ਼ਨ ਡਾਟਾ ਨੂੰ ਇੱਦਾਂ ਕਲਾਸੀਫਾਈ ਕਰਨਾ ਤਾਂ ਕਿ ਆਪਾਂ ਆਪਦੇ ਓਬਜੈਕਟ ਨੂੰ ਅਚੀਵ ਕਰ ਸਕੀਏ, ਠੀਕ ਹੈ। ਨੈਕਸਟ ਇਲਾਸਟਿਕ ਮੀਨਸ ਹੁੰਦਾ ਚੇਂਜ ਹੋਣਾ ਚਾਹੀਦਾ ਗਾ। ਚੇਂਜ ਕਿਵੇਂ? ਮੰਨ ਕੇ ਚਲੋ ਇਹ 'ਚ ਐਡ ਦੀ ਆਪਸ਼ਨ ਵੀ ਹੋਣੀ ਚਾਹੀਦੀ ਹੈ, ਐਡੀਸ਼ਨ ਦੀ ਅਤੇ ਡਿਲੀਟ ਦੀ ਆਪਸ਼ਨ ਵੀ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਲੱਗਦਾ ਕੋਈ ਚੀਜ਼ ਐਡ ਕਰਨ ਵਾਲੀ, ਤੁਸੀਂ ਐਡ ਵੀ ਕਰ ਸਕਦੇ ਹੋਣੀ ਚਾਹੀਦੀ ਹੈ। ਡਿਲੀਸ਼ਨ ਵਾਲੀ, ਜੇ ਤੁਹਾਨੂੰ ਲੱਗਦਾ ਕੋਈ ਐਕਸਟਰਾ ਆਈਟਮ ਪੈ ਗਈ ਤਾਂ ਉਹਨੂੰ ਡਿਲੀਟ ਵੀ ਹੋਣਾ ਚਾਹੀਦਾ ਗਾ, ਠੀਕ ਆ। ਪ੍ਰੈਜੈਂਟੇਸ਼ਨ ਹੋਣਾ ਚਾਹੀਦਾ ਡਾਟਾ, ਕਹਿੰਦੇ ਮਤਲਬ ਨੂੰ ਇੱਦਾਂ ਆਪਾਂ ਡਾਟਾ ਨੂੰ ਇੱਦਾਂ ਪ੍ਰੈਜੈਂਟ ਕਰਨਾ ਚਾਹੀਦਾ ਜਿਵੇਂ ਗ੍ਰਾਫ ਦੇ ਨਾਲ, ਪਿਕ ਦੇ ਨਾਲ, ਠੀਕ ਆ। ਕੋਈ ਗ੍ਰਾਫ ਹੋ ਗਿਆ, ਕਲੀਅਰ ਡਾਈਗ੍ਰਾਮ ਦੇ ਨਾਲ ਆਪਾਂ ਡਾਟਾ ਨੂੰ ਕੀ ਕਰਨਾ? ਪ੍ਰੈਜੈਂਟ ਕਰਨਾ। ਲਾਸਟ 'ਤੇ ਡਾਟਾ ਦਾ ਐਨਾਲਾਈਜ਼ ਕਰਨਾ, ਡਾਟਾ ਨੂੰ ਐਨਾਲਾਈਜ਼ ਕਰਕੇ ਉਹਦਾ ਰਿਜ਼ਲਟ ਫਾਈਂਡ ਆਊਟ ਕਰਨਾ। ਇਹ ਸਾਰੀਆਂ ਉਹਦੀਆਂ ਕੀ ਹੈ? ਫੀਚਰਸ, ਠੀਕ ਹੈ। ਆਪਾਂ ਸਭ ਤੋਂ ਪਹਿਲਾਂ ਕੀ ਪੜ੍ਹਿਆ? ਕਲਾਸੀਫਿਕੇਸ਼ਨ ਆਫ ਡਾਟਾ ਕੀ ਹੁੰਦਾ ਗਾ ਅਤੇ ਉਹਦੀਆਂ ਫੀਚਰ ਕੀ ਆ, ਉਹਦਾ ਆਬਜੈਕਟ ਕੀ ਆ, ਸੇਮ ਹੀ ਹੁੰਦਾ, ਕਲੀਅਰ। ਹੁਣ ਆ ਜਾਓ ਮੈਥਡਸ ਆਫ ਕਲਾਸੀਫਿਕੇਸ਼ਨ ਆਫ ਡਾਟਾ। ਹੁਣ ਡਾਟੇ ਦੇ ਕਿਹੜੇ ਮੈਥਡਸ ਨੇ? ਦੇਖੋ, ਆਹ ਤੁਹਾਨੂੰ ਚਾਰਟ ਬਣਿਆ ਹੋਇਆ। ਪਹਿਲਾਂ ਜੀਓਗ੍ਰਾਫੀਕਲ ਮੈਥਡ, ਕ੍ਰੋਨੋਲੋਜੀਕਲ ਮੈਥਡ, ਕੁਆਲੀਟੇਟਿਵ ਅਤੇ ਕੁਆਂਟੀਟੇਟਿਵ। ਸਭ ਤੋਂ ਪਹਿਲਾਂ ਜੀਓਗ੍ਰਾਫੀਕਲ ਕਲਾਸੀਫਿਕੇਸ਼ਨ ਕੀ ਹੁੰਦਾ? ਜੀਓਗ੍ਰਾਫੀਕਲ ਕਲਾਸੀਫਿਕੇਸ਼ਨ ਹੁੰਦਾ ਡਾਟਾ ਨੂੰ ਅਸੀਂ ਕਲਾਸੀਫਾਈ ਕਰਨਾ ਲੋਕੇਸ਼ਨ ਦੇ ਬੇਸ 'ਤੇ,
ਠੀਕ ਆ। ਜਦੋਂ ਅਸੀਂ ਡਾਟੇ ਦੀ ਕਲਾਸੀਫਿਕੇਸ਼ਨ ਲੋਕੇਸ਼ਨ ਦੇ ਬੇਸ 'ਤੇ ਕਰਦੇ ਹਾਂ ਤਾਂ ਉਹਨੂੰ ਜੀਓਗ੍ਰਾਫੀਕਲ ਡਾਟਾ ਕਿਹਾ ਜਾਂਦਾ ਗਾ। ਕਲੀਅਰ। ਜੀਓਗ੍ਰਾਫੀਕਲ ਡਾਟਾ ਕੀ ਹੁੰਦਾ ਗਾ, ਜਦੋਂ ਅਸੀਂ ਡਾਟੇ ਦੀ ਕਲਾਸੀਫਿਕੇਸ਼ਨ ਜੀਓਗ੍ਰਾਫੀਕਲ ਜਾਂ ਲੋਕੇਸ਼ਨਲ ਬੇਸ 'ਤੇ ਕਰਦੇ ਹਾਂ ਉਹਨੂੰ ਜੀਓਗ੍ਰਾਫੀਕਲ ਡਾਟਾ ਕਿਹਾ ਜਾਂਦਾ ਗਾ। ਜਿੱਦਾਂ ਦੇਖੋ ਹੁਣ ਜਿਵੇਂ ਫੋਰ ਐਗਜ਼ਾਮਪਲ ਕੰਟਰੀ ਵਾਈਜ਼ ਡਾਟਾ ਕਲੈਕਟ ਕਰਨਾ, ਸਟੇਟ ਵਾਈਜ਼ ਡਾਟਾ ਕਲੈਕਟ ਕਰਨਾ, ਬਲੋਕ ਵਾਈਜ਼ ਕਰਨਾ, ਸਿਟੀਜ਼ ਵਾਈਜ਼ ਕਰਨਾ, ਟਾਊਨ ਵਾਈਜ਼ ਕਰਨਾ, ਵਿਲੇਜ ਵਾਈਜ਼ ਕਰਨਾ। ਡਾਟੇ ਨੂੰ ਆਪਾਂ ਕੀ ਕਰਨਾ, ਇੱਕ ਲੋਕੇਸ਼ਨ ਦੇ ਬੇਸ 'ਤੇ ਕਲੈਕਟ ਕਰਨਾ, ਉਹਨੂੰ ਜੀਓਗ੍ਰਾਫੀਕਲ ਡਾਟਾ ਕਿਹਾ ਜਾਂਦਾ। ਕਲੀਅਰ ਆ। ਜੀਓਗ੍ਰਾਫੀਕਲ ਡਾਟਾ ਕੀ ਹੁੰਦਾ, ਜਦੋਂ ਡਾਟਾ ਨੂੰ ਲੋਕੇਸ਼ਨ ਬੇਸ 'ਤੇ ਆਪਾਂ ਕਲੈਕਟ ਕਰਦੇ ਹਾਂ, ਡਾਟੇ ਦੀ ਕਲਾਸੀਫਿਕੇਸ਼ਨ ਲੋਕੇਸ਼ਨ ਵਾਈਜ਼ ਕੀਤੀ ਜਾਂਦੀ ਆ, ਜਿਵੇਂ ਸਟੇਟ ਵਾਈਜ਼ ਹੋ ਗਿਆ, ਠੀਕ ਆ, ਜ਼ਿਲ੍ਹੇ ਵਾਈਜ਼ ਹੋ ਗਿਆ, ਬਲੋਕ ਵਾਈਜ਼ ਹੋ ਗਿਆ, ਪਿੰਡ ਵਾਈਜ਼, ਸ਼ਹਿਰ ਵਾਈਜ਼, ਟਾਊਨ, ਵਿਲੇਜ ਵਗੈਰਾ, ਕੰਟਰੀਜ਼ ਵਾਈਜ਼, ਉਹਨੂੰ ਕਿਹਾ ਜਾਂਦਾ ਗਾ। ਠੀਕ ਆ, ਜੀਓਗ੍ਰਾਫੀਕਲ ਕਲਾਸੀਫਿਕੇਸ਼ਨ। ਜਿਵੇਂ ਹੁਣ ਇਹਨਾਂ ਨੇ ਸਟੇਟ ਵਾਈਜ਼ ਡਾਟਾ ਕਲੈਕਟ ਕੀਤਾ ਹੋਇਆ, ਇੱਕ ਤੁਹਾਨੂੰ ਐਗਜ਼ਾਮਪਲ ਦਿੱਤੀ ਹੋਈ ਆ, ਗੋਆ, ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਕੇਰਲਾ। ਮਤਲਬ ਇਹਨਾਂ ਨੇ ਸਟੇਟ ਵਾਈਜ਼ ਡਾਟਾ ਕਲੈਕਟ ਕੀਤਾ ਕਿ ਇੰਨੀ ਪਰ ਕੈਪੀਟਾ ਇਨਕਮ ਆ, ਗੋਆ ਦੀ ਪਰ ਕੈਪੀਟਾ ਇਨਕਮ ਇੰਨੀ ਆ, ਮਹਾਰਾਸ਼ਟਰ ਦੀ ਇੰਨੀ ਆ, ਹਰਿਆਣਾ ਦੀ ਇੰਨੀ ਆ, ਗੁਜਰਾਤ ਦੀ ਇੰਨੀ ਆ, ਕੇਰਲਾ ਦੀ ਇੰਨੀ ਆ। ਇਹਨੂੰ ਜੀਓਗ੍ਰਾਫੀਕਲ ਕਲਾਸੀਫਿਕੇਸ਼ਨ ਕਿਹਾ ਜਾਂਦਾ। ਸੈਕਿੰਡ ਕੀ ਆ, ਕ੍ਰੋਨੋਲੋਜੀਕਲ ਕਲਾਸੀਫਿਕੇਸ਼ਨ ਆਫ ਡਾਟਾ। ਕ੍ਰੋਨੋਲੋਜੀਕਲ ਦੇ ਵਿੱਚ ਕੀ ਹੁੰਦਾ, ਜਦੋਂ ਡਾਟਾ ਨੂੰ ਟਾਈਮ ਵਾਈਜ਼ ਬੇਸ ਆਫ ਟਾਈਮ ਦੇ ਬੇਸ 'ਤੇ ਕਲੈਕਟ ਕੀਤਾ ਜਾਂਦਾ ਗਾ, ਡਾਟੇ ਦੀ ਕਲਾਸੀਫਿਕੇਸ਼ਨ ਟਾਈਮ ਦੇ ਬੇਸ 'ਤੇ ਕੀਤੀ ਜਾਂਦੀ ਆ, ਉਹਨੂੰ ਕ੍ਰੋਨੋਲੋਜੀਕਲ ਕਲਾਸੀਫਿਕੇਸ਼ਨ ਕਿਹਾ ਜਾਂਦਾ ਗਾ। ਟਾਈਮ ਵਾਈਜ਼ ਮਤਲਬ ਕੀ ਹੋ ਗਿਆ, ਮੰਥਲੀ, ਈਅਰਲੀ, ਵੀਕਲੀ, ਡੇਲੀ, ਇਹਦੇ ਬੇਸ 'ਤੇ ਡਾਟਾ ਕਲੈਕਟ ਕਰਦੇ ਆ ਜਾਂ ਡਾਟਾ ਦੀ ਕਲਾਸੀਫਿਕੇਸ਼ਨ ਕਰਦੇ ਆ, ਉਹਨੂੰ ਕ੍ਰੋਨੋਲੋਜੀਕਲ ਕਲਾਸੀਫਿਕੇਸ਼ਨ ਕਿਹਾ ਜਾਂਦਾ। ਹੁਣ ਇਹਦੀ ਵੀ ਇੱਕ ਐਗਜ਼ਾਮਪਲ ਦੇਖ ਲਓ। ਹੁਣ ਪਾਪੂਲੇਸ਼ਨ ਦੱਸੀ ਹੋਈ ਹੈ ਇੰਡੀਆ ਦੀ, ਇਹਨਾਂ ਨੇ ਈਅਰ ਵਾਈਜ਼ ਕੀਤੀ ਆ। ਤੁਹਾਨੂੰ ਦੱਸਿਆ ਨਾ ਕ੍ਰੋਨੋਲੋਜੀਕਲ ਕਲਾਸੀਫਿਕੇਸ਼ਨ ਹੁੰਦਾ ਟਾਈਮ ਵਾਈਜ਼ ਡਾਟਾ ਕਲੈਕਟ ਕਰਨਾ, ਜਿਵੇਂ ਈਅਰਲੀ ਬੇਸ 'ਤੇ, ਮੰਥਲੀ ਬੇਸ 'ਤੇ, ਵੀਕਲੀ ਬੇਸ 'ਤੇ, ਡੇਲੀ ਬੇਸ 'ਤੇ। ਹੁਣ ਇਹਨਾਂ ਨੇ ਈਅਰ ਵਾਈਜ਼ ਕੀ ਆ, ਪਾਪੂਲੇਸ਼ਨ ਦੱਸੀ ਆ ਕਿੰਨੀ ਸੀ ਸਿੰਸ ਇੰਡੀਪੈਂਡੈਂਸ। ਠੀਕ ਆ, ਤਾਂ ਦੇਖੋ ਈਅਰ 1951 ਦੇ ਵਿੱਚ ਇੰਨੀ ਪਾਪੂਲੇਸ਼ਨ ਸੀ, 1961 'ਚ ਇੰਨੀ, 1971 'ਚ ਇੰਨੀ, 2001 'ਚ ਇੰਨੀ, 2011 'ਚ ਇੰਨੀ। ਡੈਟ ਮੀਨਸ ਇਹ ਤੁਸੀਂ ਅਕੋਰਡਿੰਗ ਟੂ ਈਅਰਲੀ ਡਾਟਾ ਕਲੈਕਟ ਕੀਤਾ, ਡਾਟੇ ਦੀ ਕਲਾਸੀਫਿਕੇਸ਼ਨ ਕੀਤੀ ਹੈ। ਕਲੀਅਰ। ਇੱਦਾਂ ਦੀ ਹੋਣੀ ਚਾਹੀਦੀ ਹੈ ਕਲਾਸੀਫਿਕੇਸ਼ਨ। ਨੈਕਸਟ ਹੈਗਾ ਕੁਆਲੀਟੇਟਿਵ ਅੱਗੋਂ ਦੋ ਤਰ੍ਹਾਂ ਦਾ, ਸਿੰਪਲ ਅਤੇ ਮੈਨੀਫੋਲਡ। ਕੁਆਲੀਟੇਟਿਵ ਮੀਨਸ ਹੁੰਦਾ ਕਿ ਡਾਟਾ ਨੂੰ ਦੀ ਕਲਾਸੀਫਿਕੇਸ਼ਨ ਕਰਨੀ ਔਨ ਦਾ ਬੇਸ ਆਫ ਕੁਆਲਿਟੀਜ਼। ਠੀਕ ਆ, ਡਾਟੇ ਦੀ ਕਲਾਸੀਫਿਕੇਸ਼ਨ ਕਾਹਦੇ ਬੇਸ 'ਤੇ ਕਰਨੀ, ਕੁਆਲਿਟੀਜ਼ ਦੇ ਬੇਸ 'ਤੇ ਕਰਨੀ। ਠੀਕ ਆ, ਤਾਂ ਉਹਨੂੰ ਕੁਆਲੀਟੇਟਿਵ ਕਲਾਸੀਫਿਕੇਸ਼ਨ ਕਿਹਾ ਜਾਂਦਾ ਜਦੋਂ ਕੁਆਲਿਟੀ ਬੇਸ 'ਤੇ ਆਪਾਂ ਡਾਟਾ ਨੂੰ ਕਰਦੇ ਆ। ਠੀਕ ਆ, ਕਹਿੰਦੇ ਹੁਣ ਮਤਲਬ ਵੇਰੀਅਸ ਕੁਆਲਿਟੀਜ਼ ਹੁੰਦੀਆਂ ਨੇ, ਜਿਵੇਂ ਮੇਲ ਅਤੇ ਫੀਮੇਲ ਦੀਆਂ ਅਲੱਗ-ਅਲੱਗ ਕੁਆਲਿਟੀਜ਼ ਨੇ, ਅਰਬਨ ਅਤੇ ਰੂਰਲ ਦੀਆਂ ਅਲੱਗ ਨੇ, ਲਿਟਰੇਟ ਅਤੇ ਇਲਿਟਰੇਟ ਦੀਆਂ। ਠੀਕ ਆ, ਇਹ ਇੰਪਲਾਇਡ ਅਤੇ ਅਨਇੰਪਲਾਇਡ ਹੋ ਗਏ, ਸਕਿਲਡ ਅਤੇ ਅਨਸਕਿਲਡ, ਇਹ ਕੁਆਲਿਟੀ ਆ। ਮਤਲਬ ਦੋ ਟਾਈਪਸ ਦੇ ਵਿੱਚ ਇਹ ਕਹਿੰਦੇ ਡਾਟੇ ਨੂੰ ਅਸੀਂ ਟੂ ਟਾਈਪਸ ਵਿੱਚ ਅੱਗੇ ਫਰਦਰ ਡਿਸਕ੍ਰਾਈਬ ਕਰ ਸਕਦੇ ਹਾਂ। ਕਲੀਅਰ। ਕੁਆਲਿਟੀ ਬੇਸ 'ਤੇ ਡਾਟਾ ਕਲੈਕਟ ਕੀਤਾ ਜਾਂਦਾ, ਮੇਲ ਫੀਮੇਲ ਹੋ ਗਿਆ, ਲਿਟਰੇਟ ਅਤੇ ਇਲਿਟਰੇਟ ਹੋ ਗਿਆ, ਇੰਪਲਾਇਡ ਅਤੇ ਅਨਇੰਪਲਾਇਡ, ਸਕਿਲਡ ਅਤੇ ਅਨਸਕਿਲਡ ਪਰਸਨ। ਹੁਣ ਇਹ ਇਹਦੀਆਂ ਅੱਗੋਂ ਟੂ ਟਾਈਪਸ ਨੇ, ਸਿੰਪਲ ਕੁਆਲੀਟੇਟਿਵ ਕਲਾਸੀਫਿਕੇਸ਼ਨ ਅਤੇ ਮੈਨੀਫੋਲਡ। ਸਿੰਪਲ ਕੁਆਲੀਟੇਟਿਵ ਕਲਾਸੀਫਿਕੇਸ਼ਨ 'ਚ ਕੀ ਹੁੰਦਾ, ਜਦੋਂ ਟੂ ਕਲਾਸਿਸ ਐਂਡ ਗਰੁੱਪ ਹੁੰਦੇ ਆ, ਸਿਰਫ ਜਦੋਂ ਦੋ ਗਰੁੱਪ ਦੇ ਵਿੱਚ ਜਾਂ ਦੋ ਕਲਾਸ ਦੇ ਵਿੱਚ ਡਾਟਾ ਨੂੰ ਮਤਲਬ ਕਲਾਸੀਫਾਈ ਕੀਤਾ ਜਾਂਦਾ। ਜਿਵੇਂ ਹੁਣ ਸਟੂਡੈਂਟਸ ਨੇ, ਠੀਕ ਆ, ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਸਪੋਜ਼ ਕਰ ਲਓ ਆਲ ਸਟੂਡੈਂਟ ਸਟੱਡੀ ਇਨ ਅ ਕਾਲਜ ਆਰ ਕਲਾਸੀਫਾਈਡ ਇਨ ਟੂ ਕੈਟਾਗਰੀ। ਠੀਕ ਆ, ਜਿੰਨੇ ਵੀ ਸਟੂਡੈਂਟ ਨੇ ਸਟੱਡੀ ਕਰਦੇ ਆ ਕਾਲਜ 'ਚ, ਉਹਨੂੰ ਦੋ ਕੈਟਾਗਰੀਜ਼ ਦੇ ਵਿੱਚ ਕੀ ਕਰ ਲਿਆ, ਕਲਾਸੀਫਾਈ ਕਰ ਲਿਆ, ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ। ਤਾਂ ਇਹ ਮਤਲਬ ਕੀ ਹੋ ਗਈ, ਇਹਨੂੰ ਸਿੰਪਲ ਕੁਆਲੀਟੇਟਿਵ ਕਲਾਸੀਫਿਕੇਸ਼ਨ ਕਹਿੰਦੇ ਆ, ਜਦੋਂ ਅਸੀਂ ਟੂ ਕਲਾਸਿਸ ਜਾਂ ਟੂ ਗਰੁੱਪ ਬਣਾਉਂਦੇ ਹਾਂ। ਕਲੀਅਰ। ਜਾਂ ਫਿਰ ਆਪਾਂ ਹੋਰ ਕੀ ਬਣਾ ਸਕਦੇ ਹਾਂ, ਮੇਲ ਫੀਮੇਲ ਦੇ ਬੇਸ 'ਤੇ ਡਾਟਾ ਕਲੈਕਟ ਕਰ ਸਕਦੇ ਉਹ ਚੀਜ਼। ਠੀਕ ਆ, ਮਤਲਬ ਕੁਆਲਿਟੀ ਬੇਸ 'ਤੇ ਡਾਟਾ ਕਲੈਕਟ ਕਰਨਾ। ਸਿੰਪਲ ਕੁਆਲੀਟੇਟਿਵ 'ਚ ਮਤਲਬ ਟੂ ਕਲਾਸਿਸ ਹੋਣੀਆਂ ਚਾਹੀਦੀਆਂ ਜਾਂ ਟੂ ਗਰੁੱਪ ਹੋਣੇ ਚਾਹੀਦੇ। ਹੁਣ ਆ ਜਾਓ ਮੈਨੀਫੋਲਡ ਵਿੱਚ ਕੀ ਹੋਣੀ ਚਾਹੀਦੀਆਂ, ਕੁਆਲਿਟੀਜ਼ ਮੋਰ ਦੈਨ ਵਨ, ਇੱਕ ਤੋਂ ਜ਼ਿਆਦਾ ਜਦੋਂ ਨਾ ਕੁਆਲਿਟੀਜ਼ ਹੋਣ, ਉਹਨੂੰ ਮੈਨੀਫੋਲਡ ਕੀ ਕਿਹਾ ਜਾਂਦਾ, ਕੁਆਲੀਟੇਟਿਵ ਕਲਾਸੀਫਿਕੇਸ਼ਨ ਕਿਹਾ ਜਾਂਦਾ। ਕਲੀਅਰ। ਜਿਵੇਂ ਕਹਿੰਦੇ ਸਟੂਡੈਂਟ ਸਟੱਡੀ ਇਨ ਅ ਕਾਲਜ ਮੇ ਵੀ ਕਲਾਸੀਫਾਈਡ ਇਨ ਮੈਨੀਫੋਲਡ ਕੁਆਂਟੀਟੇਟਿਵ ਕਲਾਸੀਫਿਕੇਸ਼ਨ। ਠੀਕ ਆ, ਕੁਆਲੀਟੇਟਿਵ ਕਲਾਸੀਫਿਕੇਸ਼ਨ ਕੀ, ਹੁਣ ਮੈਨੀਫੋਲਡ ਦਾ ਦੇਖੋ, ਆਦੇ ਸਟੂਡੈਂਟਸ ਲੈ ਲਏ, ਠੀਕ ਆ, ਸਟੱਡੀ ਕਰਦੇ ਆ, ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਵਾਈਡ ਕਰਤਾ, ਇਹਨੂੰ ਫਰਦਰ ਰੂਰਲ ਅਤੇ ਅਰਬਨ 'ਚ ਕਰਤਾ, ਇਹਨੂੰ ਫਰਦਰ ਮੇਲ ਫੀਮੇਲ 'ਚ, ਇਹਨੂੰ ਵੀ ਮੇਲ ਫੀਮੇਲ 'ਚ, ਇਹਨੂੰ ਵੀ ਅੱਗੋਂ ਮੇਲ ਫੀਮੇਲ 'ਚ, ਇਹਨੂੰ ਮੈਨੀਫੋਲਡ ਕਲਾਸੀਫਿਕੇਸ਼ਨ ਕਿਹਾ ਜਾਂਦਾ ਗਾ। ਕਲੀਅਰ।
पता लग गया। देखो पहला की सी जियोग्राफिकल, जियोग्राफिकल मीनज लोकेशन बेस ते डाटा, स्टेट कंट्री ਜਾਂ ਬਲੋਕ ਦੇ बेस ਤੇ डाटा कलैक्ट करना। क्रोनोलॉजिकल ਹੁੰਦਾ टाइम ਦੇ बेस ਤੇ, ਜਿਵੇਂ ईयरली, डेज ਦੇ अकॉर्डिंग, मंथली, वीकली। ਕੁਆਲੀਟੇਟਿਵ ਹੁੰਦਾ ਦੋ ਤਰ੍ਹਾਂ ਦਾ, ਸਿੰਪਲ ਤੇ ਮੈਨੀਫੋਲਡ। ਸਿੰਪਲ ਵਿੱਚ 2 ਕਲਾਸਿਸ ਤੇ ਗਰੁੱਪ ਹੋਣੇ ਚਾਹੀਦੇ, ਜਿਵੇਂ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ। ਮੈਨੀਫੋਲਡ ਹੁੰਦਾ ਉਹਨੂੰ ਫਰਦਰ ਅੱਗੋਂ ਉਹਦੀ 2 ਗਰੁੱਪ ਹੋਣੀ ਚਾਹੀਦੀ ਆ। ਕਲੀਅਰ? ਜਿਵੇਂ ਅੰਡਰ ਗ੍ਰੈਜੂਏਟ 'ਚ ਅਰਬਨ ਤੇ ਰੂਰਲ ਹੋ ਗਿਆ, ਰੂਰਲ ਤੇ ਅਰਬਨ ਦੇ ਅੱਗੇ ਮੇਲ ਫੀਮੇਲ ਹੋ ਗਏ, ਇੱਦਾਂ ਉਹਨੂੰ ਮੈਨੀਫੋਲਡ ਡਾਟਾ ਕਿਹਾ ਜਾਂਦਾ। ਤਾਂ ਫੋਰਥ ਹੈਗਾ ਤੁਹਾਡਾ ਕੁਆਂਟੀਟੇਟਿਵ। ਠੀਕ ਆ, ਲਾਸਟ ਆ ਕੁਆਂਟੀਟੇਟਿਵ। ਕੁਆਂਟੀਟੇਟਿਵ ਡਾਟਾ ਕੀ ਹੁੰਦਾ ਗਾ, ਕਹਿੰਦੇ ਜਦੋਂ ਡਾਟਾ ਨੂੰ ਨਿਊਮੈਰੀਕਲ ਮਤਲਬ ਨਿਊਮੈਰੀਕਲ ਫਾਰਮ ਦੇ ਵਿੱਚ ਐਕਸਪ੍ਰੈਸ ਕੀਤਾ ਜਾਂਦਾ ਉਹਨੂੰ ਕੀ ਕਿਹਾ ਜਾਂਦਾ, ਕੁਆਂਟੀਟੇਟਿਵ। ਉਹਦੇ 'ਚ ਕੁਆਲਿਟੀਆਂ ਦੱਸੀਆਂ ਸੀਗੀਆਂ, ਇਹ 'ਚ ਕੁਆਂਟਿਟੀ ਮੀਨਜ਼ ਨਿਊਮੈਰੀਕਲ ਬੇਸ 'ਤੇ ਡਾਟਾ ਕਲੈਕਟ ਕੀਤਾ ਜਾਂਦਾ ਉਹਨੂੰ, ਮਤਲਬ ਇਹਦੀ ਕਲਾਸੀਫਿਕੇਸ਼ਨ ਡਾਟੇ ਦੀ ਨਿਊਮੈਰੀਕਲ ਬੇਸ 'ਤੇ ਕੀਤੀ ਜਾਂਦੀ ਹੈ। ਜਿਵੇਂ ਮਾਰਕਸ ਹੋ ਗਏ, ਇਹ ਵੀ ਆਪਾਂ ਨਿਊਮੈਰੀਕਲ ਫਾਰਮ 'ਚ ਦਿਖਾਵਾਂਗੇ। ਇਨਕਮ, ਪ੍ਰੋਫਿਟ, ਕੋਸਟ ਕਿੰਨੀ ਆ, ਇਨਕਮ ਕਿੰਨੀ ਆ, ਵੇਟ ਕੀ ਆ, ਹਾਈਟ ਕੀ ਆ, ਇਨਵੈਸਟਮੈਂਟ ਕੀ ਆ, ਸੇਵਿੰਗ ਕੀ ਆ, ਇਹ ਸਾਰੇ ਨੂੰ ਆਪਾਂ ਮਤਲਬ ਕੀ ਹੈ ਨਿਊਮੈਰੀਕਲ ਬੇਸ 'ਤੇ ਦਿਖਾ ਸਕਦੇ ਹਾਂ। ਕਲੀਅਰ? ਇਹਦੇ ਵਿੱਚ ਡਾਟਾ ਕੀ ਕਹਿੰਦੇ, ਹੁਣ ਤੁਸੀਂ ਕਿਆ ਮਤਲਬ ਇੱਦਾਂ ਦਿਖਾ ਸਕਦੇ ਹੋ, ਐਗਜ਼ਾਮਪਲ 0 ਤੋਂ 10, 10 ਤੋਂ 20 ਮਾਰਕਸ ਇਨ ਇਕਨੋਮਿਕਸ ਦਿਖਾਏ ਗਏ, ਸਟੂਡੈਂਟਸ ਦੇ ਆ ਮਾਰਕਸ ਨੇ, ਆ ਨੰਬਰ ਆਫ ਸਟੂਡੈਂਟ ਨੇ। ਇਟ ਮੀਨਸ ਜਿਹਨੂੰ ਆਪਾਂ ਨਿਊਮੈਰੀਕਲ ਵੇ ਵਿੱਚ ਰੀਪ੍ਰਜੈਂਟ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ, ਕੁਆਂਟੀਟੇਟਿਵ ਕਲਾਸੀਫਿਕੇਸ਼ਨ ਆਫ ਡਾਟਾ। ਕਲੀਅਰ? ਇਹ ਤੁਹਾਡੀ ਸੀ ਕਲਾਸੀਫਿਕੇਸ਼ਨ। ਅੱਜ ਆਪਾਂ ਕੀ ਕੀਤਾ, ਸਭ ਤੋਂ ਪਹਿਲਾਂ ਮਤਲਬ ਕੀ ਕੀਤਾ, ਕਲਾਸੀਫਿਕੇਸ਼ਨ ਆਫ ਡਾਟਾ ਹੁੰਦਾ ਕੀ ਆ, ਉਹਦੀਆਂ ਕੀ ਫੀਚਰਸ ਨੇ। ਠੀਕ ਆ, ਅਤੇ ਉਸ ਤੋਂ ਬਾਅਦ 'ਚ ਉਹਦੀ ਮੈਥਡਸ ਕੀ ਹੈ, ਡਾਟਾ ਨੂੰ ਕਲਾਸੀਫਿਕੇਸ਼ਨ ਕਰਨ ਦੇ ਮੈਥਡਸ 4 ਹੁੰਦੇ ਨੇ, ਜਿਓਗ੍ਰਾਫੀਕਲ, ਕ੍ਰੋਨੋਲੋਜੀਕਲ, ਕੁਆਂਟੀਟੇਟਿਵ ਅਤੇ ਕੁਆਲੀਟੇਟਿਵ। ਕੁਆਲੀਟੇਟਿਵ 2 ਹੁੰਦੇ ਨੇ, ਸਿੰਪਲ ਅਤੇ ਮੈਨੀਫੋਲਡ। ਕਲੀਅਰ? ਥੈਂਕ ਯੂ ਸੋ ਮਚ।